प्रभु का बहुत बहुत धन्यवाद। मेरे भाई बहनों, प्रभु तुहानू बहुत वड्डी किरपा देवे। अज फिर वचन की सेवा विच तुहाडे सन्मुख हाजिर हाँ और प्रभु किरपा देवे। ते अज दा साडा इस संदेश का टॉपिक है परमेश्वर दे बालक। तो आओ असी पढ़ना शुरू करांगे। परमेश्वर दे बालक, ये पहला यूहन्ना और उसका तीसरा अध्याय और उसकी पहली आयत तो तुहाडे सन्मुख पढ़ना चाहता। वेखो पिता ने साडे नाल किहो जिहा प्रेम कीता जो असी परमेश्वर दे बालक सदाई अते एहो असी हां भी। इस करके संसार सानू नहीं जानता क्यों जो उसने उन्हों नहीं जाना। हे प्यारिओ, असी हुण परमेश्वर दे बालक हाँ अते अजे ये प्रगट नहीं होया भई असी की कुछ होवांगे। असी ये जानते हाँ कि जदों प्रगट होवेगा ते असी उहदे वर्गे होवांगे, क्यों जो जिहा है तिहा ही असी उसनूं वेखांगे। प्रगट होना, परमेश्वर का प्रगट होना, यीशु मसीह का प्रगट होना। किवें प्रगट? जाने कि इन्हां दिनां विच अपने बालकां दे उत्ते प्रगट होण वाला है। अपने बालकां दे उत्ते प्रगट होण वाला है। हुण वचन कहता है, पहली आयत का कुछ हिस्सा है और यह है अते असी भी हाँ, और इस करके संसार सानू नहीं जानता क्यों जो उसने उन्हों नहीं जानिया। तो संसार दे कोल बहुत कुछ है, बहुत कुछ उन्होंने कोल है, पर साडे कोल मसीहा है। साडे कोल एक मसीहा है जिसने अपनी जान साडे लिए सलीब दे उत्ते दिती हुई है। तो अज मसीह यीशु नूं संसार नहीं जानता, इस करके ओदे बालकां नूं भी नहीं जानता। जे संसार ओनू जानदा ते फिर ओदे बालकां नूं भी जान लेंदा। तो प्रभु बहुत बड़ी बरकत दवे। परमेश्वर दे बालक होना बड़ी मुबारक गल है। प्रभु बहुत वड्डी किरपा दवे। इत्थे दूसरी आयत दोबारा पेश करनी चाहता हाँ, क्योंकि बहुत जरूरी है। हे प्यारिओ, असी हुण परमेश्वर दे बालक हाँ। दोहरी बारी कहता, हे प्यारिओ, असी हुण परमेश्वर दे बालक हाँ अते अजे प्रगट नहीं होया भी असी की कुछ होवांगे, पर जदों प्रगट होवेगा ते असी उहदे वर्गे होवांगे। उहदे वर्गे किवें? यीशु सलीब दे उत्ते मर गया और वो तीसरे दिन मुर्दियां विचों जी उठिया। यीशु मसीह सलीब के उत्ते मर गया
ਔਰ ਉਹ ਮੁਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠਿਆ। ਔਰ ਅਸੀਂ ਜ਼ਰੂਰ ਪੌਲੁਸ ਨੂੰ ਪੁੱਛਾਂਗੇ ਭਈ ਉਹਦੇ ਬਾਲਕਾਂ ਦੇ ਨਾਲ ਕਿਸ ਤਰ੍ਹਾਂ ਹੋਵੇਗਾ। ਔਰ ਉਹ ਪਰਮੇਸ਼ਰ ਦੇ ਬਾਲਕਾਂ ਦੇ ਬਾਰੇ ਪੌਲੁਸ ਇਸ ਤਰ੍ਹਾਂ ਬੋਲਦਾ ਹੈ। ਲਓ ਮੈਂ ਤੁਹਾਡੇ ਸਾਹਮਣੇ ਪਰਮੇਸ਼ਰ ਦੇ ਬਾਲਕਾਂ ਦੇ ਬਾਰੇ ਦੱਸਣਾ ਚਾਹੁੰਦਾ ਹਾਂ। ਔਰ ਇੱਥੇ ਸਾਡੇ ਕੋਲ 4 ਦੀ 15 ਹੈ, 4 ਦੀ 14 ਹੈ। ਪਹਿਲਾ ਥੈਸਲੋਨੀਕੀਆਂ 4 ਦੀ 14 ਹੈ। ਕਿਉਂਕਿ ਜੇ ਸਾਨੂੰ ਇਹ ਪ੍ਰਤੀਤ ਹੋਈ ਹੈ ਭਾਈ ਯਿਸੂ ਮੋਇਆ ਅਤੇ ਫਿਰ ਜੀ ਉੱਠਿਆ, ਤਾਂ ਇਸੇ ਤਰ੍ਹਾਂ ਪਰਮੇਸ਼ਰ ਉਹਨਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ ਉਸ ਦੇ ਨਾਲ ਲਿਆਵੇਗਾ। ਅਸੀਂ ਪ੍ਰਭੂ ਦੇ ਵਚਨ ਦੇ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ ਭਾਈ ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੀਕ ਬਾਕੀ ਰਹਿੰਦੇ ਹਾਂ, ਸੋ ਉਹਨਾਂ ਤੋਂ ਜਿਹੜੇ ਉਹਦੇ ਵਿੱਚ ਹੋ ਕੇ ਸੌਂਗੇ ਕਦੇ ਅਗੇਤਰੇ ਨਾ ਹੋਵਾਂਗੇ। 16ਵੀਂ ਆਇਤ ਜਿਹੜੀ ਅੱਜ ਇਹਨਾਂ ਦਿਨਾਂ ਵਿੱਚ ਪੂਰੀ ਹੋ ਜਾਣ ਵਾਲੀ ਹੈ, ਉਸ ਦੇ ਬਾਲਕਾਂ ਦੇ ਲਈ, ਪਰਮੇਸ਼ਰ ਦੇ ਬਾਲਕਾਂ ਲਈ ਪਹਿਲਾ ਥੈਸਲੋਨੀਕੀਆਂ 4:16 ਪੂਰੀ ਹੋਣ ਵਾਲੀ ਹੈ। ਔਰ ਇੱਥੇ ਲਿਖਿਆ ਹੈ, ਇਸ ਲਈ ਜੋ ਪ੍ਰਭੂ ਆਪ ਲਲਕਾਰ ਨਾਲ, ਮਹਾਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਰ ਦੀ ਤੁਰੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਉਹ ਪਹਿਲਾਂ ਜੀ ਉੱਠਣਗੇ। ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਅਚਾਨਕ ਬੱਦਲਾਂ ਉੱਤੇ ਉਠਾਏ ਜਾਵਾਂਗੇ ਅਤੇ ਅਸੀਂ ਸਦਾ ਪ੍ਰਭੂ ਦੇ ਸੰਗ ਰਹਾਂਗੇ। ਸੋ ਤੁਸੀਂ ਇਹਨਾਂ ਗੱਲਾਂ ਦੇ ਨਾਲ ਇੱਕ ਦੂਏ ਨੂੰ ਤਸੱਲੀ ਦਿਆ ਕਰੋ। ਪਰਮੇਸ਼ਰ ਦੇ ਬਾਲਕਾਂ ਦੇ ਲਈ ਕੋਈ ਤਸੱਲੀ ਦਾ ਵਚਨ ਹੈ, ਤਸੱਲੀ ਦੀਆਂ ਗੱਲਾਂ ਹਨ। ਔਰ ਇਹ ਬਹੁਤ ਵੱਡੀ ਤਸੱਲੀ ਔਰ ਬਹੁਤ ਵੱਡੀ ਗੱਲ ਕਿ ਜਿਸ ਤਰ੍ਹਾਂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ, ਇਸੇ ਤਰ੍ਹਾਂ ਸਾਨੂੰ ਵੀ ਉਹ ਮੁਰਦਿਆਂ ਵਿੱਚੋਂ ਜਵਾ ਲਵੇਗਾ। ਔਰ ਕਦੋਂ ਜਵਾ ਲਵੇਗਾ? ਕਦੋਂ ਸਾਨੂੰ ਜ਼ਿੰਦਾ ਕਰ ਦੇਵੇਗਾ। ਕਿਉਂਕਿ ਜੇ ਅਸੀਂ ਦੇਖਦੇ ਹਾਂ ਯਿਸੂ ਮੁਰਦਿਆਂ ਚੋਂ ਜੀ ਉੱਠਿਆ ਹੈ ਤੇ ਫਿਰ ਉਹਦੇ ਬਾਲਕ ਜ਼ਰੂਰ ਉਹ ਵੀ ਮੁਰਦਿਆਂ ਚੋਂ ਜੀ ਉੱਠਣਗੇ ਤੇ ਉਹਨਾਂ ਦੀਆਂ ਕਬਰਾਂ ਵੀ ਖੁੱਲ ਜਾਣਗੀਆਂ। ਪ੍ਰਭੂ ਕਿਰਪਾ ਦੇਵੇ ਕਿ ਪਹਿਲਾ ਥੈਸਲੋਨੀਕੀਆਂ 4:16 ਆਇਤ ਜਿਹੜੀ ਹੈ ਇਹ ਸਾਨੂੰ ਦੱਸ ਰਹੀ ਹੈ। ਪਹਿਲੀ ਗੱਲ ਕਿ ਪ੍ਰਭੂ ਆਪ ਲਲਕਾਰ ਦੇ ਨਾਲ, ਪ੍ਰਭੂ ਇੱਕ ਲਲਕਾਰ ਹੈ, ਪ੍ਰਭੂ ਦੀ ਆਵਾਜ਼ ਇੱਕ ਲਲਕਾਰ ਹੈ। ਔਰ ਲਿਖਿਆ ਪ੍ਰਭੂ ਆਪ ਲਲਕਾਰ ਨਾਲ, ਮਹਾਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਵਰ ਦੀ ਤੁਰੀ ਨਾਲ ਸਵਰਗ ਤੋਂ ਥੱਲੇ ਉਤਰੇਗਾ। ਤੁਰੀ ਦੀ ਆਵਾਜ਼ ਇਹਨਾਂ ਦਿਨਾਂ ਵਿੱਚ ਵੱਜ ਰਹੀ ਹੈ। ਤੁਰੀ ਦੀ ਆਵਾਜ਼ ਲੋਕਾਂ ਦੇ ਕੰਨਾਂ ਵਿੱਚ ਸੁਣਾਈ ਦੇ ਰਹੀ ਹੈ। ਤੁਰੀ ਦੀ ਆਵਾਜ਼ ਕੀ ਹੈ? ਤੁਰੀ ਦੀ ਆਵਾਜ਼ ਪਰਮੇਸ਼ਰ ਦਾ ਵਚਨ ਹੈ। ਕਿਹੜਾ ਵਚਨ? ਜਿਹੜਾ ਮੁਰਦਿਆਂ ਨੂੰ ਜਿਉਂਦਾ ਕਰ ਦੇਵੇਗਾ। ਔਰ ਐਸਾ ਵਚਨ ਜਿਹੜਾ ਨਿਰੋਲ ਪਰਮੇਸ਼ਰ ਦਾ ਵਚਨ ਹੋਵੇਗਾ, ਉਹਦੇ ਵਿੱਚ ਕੋਈ ਕਿਸੇ ਮਨੁੱਖ ਦਾ ਲੈਣਾ ਦੇਣਾ ਬਿਲਕੁਲ ਨਹੀਂ ਹੋਵੇਗਾ।
ਜਿਸ ਤਰ੍ਹਾਂ ਉਹਦਾ ਵਚਨ ਪਹਿਲੀ ਸਦੀ ਵਿੱਚ ਨਿਰੋਲ ਨਿਰਪੱਖ ਸੀਗਾ, ਇਸੇ ਤਰ੍ਹਾਂ ਵਚਨ ਅੱਜ ਵੀ ਨਿਰੋਲ ਅਤੇ ਨਿਰਪੱਖ ਹੈ। ਔਰ ਇਹਦੀ ਗਰੰਟੀ ਯਿਸੂ ਮਸੀਹ ਨੇ ਆਪ ਦਿੱਤੀ ਹੋਈ ਹੈ ਇਸ ਵਚਨ ਦੀ। ਔਰ ਉਸਨੇ ਕਿੱਥੇ ਗਰੰਟੀ ਦਿੱਤੀ ਹੈ? ਉਸਨੇ ਦਿੱਤੀ ਹੈ ਮੱਤੀ 24:35। ਉਹਦੇ ਵਿੱਚ ਉਹ ਕਹਿੰਦਾ ਹੈ ਜ਼ਮੀਨ ਅਤੇ ਆਸਮਾਨ ਟਲ ਜਾਣਗੇ, ਪਰ ਮੇਰੇ ਮੂੰਹ ਦੇ ਕਹੇ ਹੋਏ ਵਚਨ ਕਦੇ ਨਹੀਂ ਟਲਣਗੇ। ਇਸ ਕਰਕੇ ਅਸੀਂ ਨਾ ਇਹਦੇ ਵਿੱਚੋਂ ਕੁਝ ਵਧਾ ਸਕਦੇ ਹਾਂ, ਨਾ ਇਹਦੇ ਵਿੱਚੋਂ ਕੁਝ ਘਟਾ ਸਕਦੇ ਹਾਂ, ਕਿਉਂਕਿ ਇਹ ਪਰਮੇਸ਼ਰ ਦਾ ਵਚਨ ਹੈ ਔਰ ਇਹੀ ਪਰਮੇਸ਼ਰ ਦੀ ਤੁਰੀ ਹੈ। ਲਿਖਿਆ ਪ੍ਰਭੂ ਆਪ ਲਲਕਾਰ ਨਾਲ, ਮਹਾਦੂਤ ਦੀ ਆਵਾਜ਼ ਨਾਲ। ਮਹਾਦੂਤ ਦੀ ਆਵਾਜ਼ ਯਿਸੂ ਦੀ ਆਵਾਜ਼ ਹੈ। ਪਰਮੇਸ਼ਰ ਆਪ ਲਲਕਾਰ ਨਾਲ, ਮਹਾਦੂਤ ਦੀ ਆਵਾਜ਼ ਨਾਲ, ਪਰਮੇਸ਼ਰ ਦੀ ਤੁਰੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਉਹ ਪਹਿਲਾਂ ਜੀ ਉੱਠਣਗੇ। ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ, ਅਸੀਂ ਪ੍ਰਭੂ ਦੇ ਮੈਨੂੰ ਅਚਾਨਕ ਬੱਦਲਾਂ ਉੱਤੇ ਉਠਾਏ ਜਾਵਾਂਗੇ ਅਤੇ ਅਸੀਂ ਇਸੇ ਤਰ੍ਹਾਂ ਸਦਾ ਪ੍ਰਭੂ ਦੇ ਸੰਗ ਰਹਾਂਗੇ। ਔਰ ਲਿਖਿਆ ਲਾਈਨ ਖਿੱਚ ਕੇ ਪੌਲਸ ਕਹਿੰਦਾ, ਇਹਨਾਂ ਗੱਲਾਂ ਦੇ ਨਾਲ ਇੱਕ ਦੂਏ ਨੂੰ ਕੀ ਦਿਆ ਕਰੋ? ਤਸੱਲੀ ਦਿਆ ਕਰੋ ਵੀ ਅਸੀਂ ਉਠਾਏ ਜਾਣ ਵਾਲੇ ਹਾਂ ਔਰ ਧਰਤੀ ਬਹੁਤ ਵੱਡੀਆਂ ਮੁਸੀਬਤਾਂ ਵਿੱਚ ਜਾਣ ਵਾਲੀ ਹੈ ਔਰ ਪਰਮੇਸ਼ਰ ਆਪਣੇ ਬਾਲਕਾਂ ਨੂੰ ਧਰਤੀ ਦੇ ਉੱਤੋਂ ਉਠਾ ਕੇ ਲੈ ਜਾਣ ਵਾਲਾ ਹੈ। ਇਸੇ ਕਰਕੇ ਵਚਨ ਕਹਿੰਦਾ ਹੈ, ਪਿਆਰਿਓ ਹੁਣ ਅਸੀਂ ਪਰਮੇਸ਼ਰ ਦੇ ਬਾਲਕ ਹਾਂ ਅਤੇ ਅਜੇ ਪ੍ਰਗਟ ਨਹੀਂ ਹੋਇਆ ਵੀ ਅਸੀਂ ਕੀ ਕੁਝ ਹੋਵਾਂਗੇ, ਪਰ ਅਸੀਂ ਇਹ ਜਾਣਦੇ ਹਾਂ ਕਿ ਜਦੋਂ ਪ੍ਰਗਟ ਹੋਵੇਗਾ ਤੇ ਅਸੀਂ ਉਹਦੇ ਵਰਗੇ ਹੋਵਾਂਗੇ। ਕਿਹੜਾ ਸਰੀਰ ਹੋਵੇਗਾ? ਸਵਰਗੀ ਸਰੀਰ ਹੋਵੇਗਾ। ਪ੍ਰਭੂ ਸਾਨੂੰ ਸਵਰਗੀ ਸਰੀਰ ਦੇਵੇਗਾ। ਇਹ ਵਾਲਾ ਸਰੀਰ ਜਿਹੜਾ ਹੈ ਇਹ ਅੱਖ ਦੀ ਝਪਕ ਵਿੱਚ ਬਦਲ ਕੇ ਹੋਰ ਦਾ ਹੋਰ ਹੋ ਜਾਏਗਾ। ਜਾਣੇ ਕਿ ਇਹਦੀ ਪਾਵਰ ਘੱਟ ਹੈ ਔਰ ਇਸ ਨੂੰ ਖੁਦਾ ਬਦਲ ਕੇ ਪਾਵਰਫੁਲ ਕਰ ਦੇਗਾ, ਜਿਹੜਾ ਇਹ ਉੱਪਰ ਉਠਾਇਆ ਜਾ ਸਕੇ। ਇਸੇ ਕਰਕੇ ਪੌਲਸ ਨੂੰ ਪੁੱਛਦੇ ਹਾਂ ਕਿ ਇਸ ਸਰੀਰ ਦੇ ਬਾਰੇ ਕੀ ਹੈ, ਤੇ ਉਹ ਪਹਿਲਾ ਕਰੰਥੀਆਂ 15:50 ਵਿੱਚ ਕਹਿੰਦਾ ਹੈ, ਮੈਂ ਤੁਹਾਨੂੰ ਇੱਕ ਭੇਤ ਦੀ ਗੱਲ ਦੱਸਦਾ ਹਾਂ, ਜੋ ਲਹੂ ਅਤੇ ਮਾਸ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਲਹੂ ਅਤੇ ਮਾਸ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਇਹ ਲਹੂ ਤੇ ਮਾਸ ਜਿਹੜਾ ਹੈ ਇਹ ਉੱਪਰ ਜਾ ਨਹੀਂ ਸਕੇਗਾ। ਇਹ ਲਹੂ ਅਤੇ ਮਾਸ ਉੱਪਰ ਜਾ ਨਹੀਂ ਸਕੇਗਾ। ਔਰ ਵਚਨ ਕਹਿੰਦਾ ਹੈ, ਸੰਤ ਪੌਲਸ ਕਹਿੰਦਾ ਹੈ, ਔਰ ਉਹ ਕਿਸ ਤਰ੍ਹਾਂ 15:50 ਵਿੱਚ ਕਹਿੰਦਾ ਹੈ, ਮੈਂ ਤੁਹਾਡੇ ਸਾਹਮਣੇ ਉਸ ਨੂੰ ਪੜ੍ਹਨਾ ਚਾਹੁੰਦਾ। ਹੁਣ ਹੈ ਭਰਾਓ, ਮੈਂ ਆਖਦਾ ਹਾਂ, ਜੋ ਮਾਸ ਅਤੇ ਲਹੂ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ,
ਨਾ ਵਿਨਾਸ਼ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ। ਵੇਖੋ ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ, ਜੋ ਅਸੀਂ ਸਭੇ ਨਹੀਂ ਸੌਵਾਂਗੇ, ਪਰ ਸਭੇ ਛਿਨ ਭਰ ਵਿੱਚ ਅੱਖ ਦੀ ਝਪਕ ਵਿੱਚ ਛੇਕਣ ਲਈ ਤੁਰੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ। ਤੁਰੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ। ਕਿੰਨਾ ਦਿਨਾਂ ਵਿੱਚ ਇਹ ਕੰਮ ਹੋਣਾ ਸੀ? ਇਹ ਕੰਮ ਇਹਨਾਂ ਦਿਨਾਂ ਦੇ ਵਿੱਚ ਹੋਣਾ ਸੀ, ਹੋਣਾ ਹੈ, ਜਿਨ੍ਹਾਂ ਦਿਨਾਂ ਵਿੱਚ ਮੈਂ ਔਰ ਤੁਸੀਂ ਇਸ ਧਰਤੀ ਦੇ ਉੱਤੇ ਹਾਂ। ਸਾਨੂੰ ਇਹਨਾਂ ਦਿਨਾਂ ਦੇ ਅੰਦਰ ਗੋਡੇ ਟੇਕਣੇ ਚਾਹੀਦੇ ਨੇ, ਵਚਨ ਪੜ੍ਹਨਾ ਚਾਹੀਦਾ ਹੈ, ਵਚਨ ਦੇ ਲਈ ਖੜੇ ਹੋ ਜਾਣਾ ਚਾਹੀਦਾ ਹੈ। ਔਰ ਕਿਉਂਕਿ ਯਿਸੂ ਸਾਨੂੰ ਵਚਨ ਦੇ ਨਾਲ ਖੜੇ ਹੋਣ ਲਈ ਕਹਿੰਦਾ, ਔਰ ਯਹੂਨਾ ਦੀ ਅੰਜੀਲ 8ਵੇਂ ਅਧਿਆਇ ਦੀ 31 ਆਇਤ ਵਿੱਚ ਕਹਿੰਦਾ ਹੈ, ਜਿਨ੍ਹਾਂ ਯਹੂਦੀਆਂ ਨੇ ਉਹਦੀ ਪ੍ਰਤੀਤ ਕੀਤੀ ਸੀ, ਉਹਨਾਂ ਨੂੰ ਉਸਨੇ ਕਿਹਾ, ਜੇ ਤੁਸੀਂ ਮੇਰੇ ਵਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ ਔਰ ਸਚਾਈ ਨੂੰ ਜਾਣੋਗੇ ਅਤੇ ਸਚਾਈ ਤੁਹਾਨੂੰ ਆਜ਼ਾਦ ਕਰ ਦੇਵੇਗੀ। ਮੇਰੇ ਭਾਈ ਭੈਣੋ, ਜੇ ਤੁਸੀਂ ਆਜ਼ਾਦ ਹੋ ਜਾਣਾ ਚਾਹੁੰਦੇ ਹੋ, ਜੇ ਤੁਸੀਂ ਵਚਨ ਨਾਲ ਖੜੇ ਹੋਣਾ ਚਾਹੁੰਦੇ ਹੋ, ਔਰ ਜੇ ਤੁਸੀਂ ਬਦਲ ਜਾਣਾ ਚਾਹੁੰਦੇ ਹੋ, ਔਰ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਵੀ ਅੱਖ ਦੀ ਝਪਕ ਵਿੱਚ ਛੇਕਣ ਲਈ ਤੁਰੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਈਏ, ਤੇ ਤੁਹਾਨੂੰ ਪ੍ਰਭੂ ਦੇ ਜਿਉਂਦੇ ਵਚਨ ਦੇ ਨਾਲ ਖਲੋ ਜਾਣਾ ਚਾਹੀਦਾ ਹੈ। ਅੱਜ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਵਚਨ ਦੇ ਨਾਲ ਖੜੇ ਨਹੀਂ ਹੋ ਰਹੇ। ਜੋ ਵਚਨ ਕਹਿੰਦਾ ਹੈ ਉਹ ਸੱਚ ਹੈ, ਜੋ ਉਹ ਕਹਿੰਦੇ ਹਨ ਉਹ ਸੱਚ ਨਹੀਂ ਹੈ। ਇਸੇ ਕਰਕੇ ਵਚਨ ਤੇ ਲਿਖਿਆ ਹੈ ਕਿ ਹਰੇਕ ਮਨੁੱਖ ਝੂਠਾ ਅਤੇ ਪਰਮੇਸ਼ਰ ਦਾ ਵਚਨ ਸੱਚਾ ਠਹਿਰੀ। ਔਰ ਉਸਨੇ ਕਿਹਾ, ਜੇ ਤੁਸੀਂ ਮੇਰੇ ਵਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ ਔਰ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਆਓ ਆਪਾਂ ਇਸ ਤਰ੍ਹਾਂ ਕਰੀਏ ਕਿ ਜਦੋਂ ਦੁਨੀਆ ਦੇ ਹਾਲਾਤ ਸਾਡੀਆਂ ਅੱਖਾਂ ਵੇਖ ਰਹੀਆਂ ਨੇ, ਦੁਨੀਆ ਦੇ ਹਾਲਾਤ ਸਾਡੇ ਕੰਨ ਸੁਣ ਰਹੇ ਨੇ, ਦੁਨੀਆ ਦੇ ਹਾਲਾਤ ਅਸੀਂ ਅੱਖਾਂ ਨਾਲ ਵੇਖ ਰਹੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ, ਕਿਉਂਕਿ ਯਿਸੂ ਮਸੀਹ ਨੇ ਕਿਹਾ, ਜਿਹਦੇ ਕੰਨ ਹਨ ਸੋ ਸੁਣੇ। ਇਹਨਾਂ ਦਿਨਾਂ ਵਿੱਚ ਸੁਣੋ ਦੁਨੀਆ ਦੇ ਉੱਤੇ ਕੀ ਹੋ ਚੱਲਿਆ ਹੈ, ਦੁਨੀਆ ਦੇ ਉੱਤੇ ਕੀ ਹੋ ਰਿਹਾ ਹੈ। ਔਰ ਮੈਂ ਕਹਿੰਦਾ ਹਾਂ ਕੀ ਹੋ ਚੱਲਿਆ ਹੈ, ਇਹਨੂੰ ਜਰਾ ਬਾਈਬਲ ਦੇ ਅੰਦਰ ਜ਼ਰੂਰ ਜਾ ਕੇ ਵੇਖੋ ਔਰ ਪ੍ਰਭੂ ਦਾ ਮੁਕੱਦਸ ਵਚਨ ਪਵਿੱਤਰ ਬਾਈਬਲ ਨੂੰ ਆਪਣੇ ਨਾਲ ਲੈ ਲਓ ਔਰ ਇਸ ਵਚਨ ਦੇ ਨਾਲ ਖਲੋ ਜਾਓ। ਜੇ ਤੁਹਾਡੇ ਕੋ ਖਲੋਤਾ ਜਾਂਦਾ ਹੈ ਤਾਂ ਫਿਰ ਇਹੋ ਹੀ ਇੱਕ ਚੀਜ਼ ਹੈ ਜਿਹੜੀ ਆਖਰੀ ਦਿਨ ਮੇਰੇ ਅਤੇ ਤੁਹਾਡੇ ਉੱਤੇ ਪ੍ਰਗਟ ਹੋਣ ਵਾਲੀ ਹੈ। ਆਓ ਅਸੀਂ ਅੱਖਾਂ ਨੂੰ ਬੰਦ ਕਰਾਂਗੇ ਔਰ ਆਪਣੇ ਬਹੁਤੇ ਵਿਚਾਰਾਂ ਦੇ ਪਿੱਛੇ, ਆਪਣੀਆਂ ਬਹੁਤੀਆਂ ਗੱਲਾਂ ਦੇ ਪਿੱਛੇ ਨਾ ਜਾਈਏ, ਪਰਮੇਸ਼ਰ ਦੇ ਵਚਨ ਦੇ ਪਿੱਛੇ ਜਾਈਏ। ਕਿਉਂਕਿ ਪਰਮੇਸ਼ਰ ਦੇ ਬਾਲਕ ਜਿਹੜੇ ਨੇ ਉਹੀ ਇਸ ਵਚਨ ਨੂੰ ਜਾਣਨਗੇ,
क्योंकि लिखत कहती है यूहन्ना पहला यूहन्ना 3 की पहली आयत कहती है प्यारिओ असी परमेश्वर दे बालक हाँ। एक कितना वधिया जो असी परमेश्वर दे बालक सदाइए और अजे प्रगट नहीं होया भई असी की कुछ होवांगे पर जादो प्रगट होवेगा ते असी उहदे वर्गे होवांगे। आओ अखां नूं बंद करांगे दुआया हालत विच। साडे प्रभु यीशु मसीह अजे भी तू साडे लई समा रखिया होया कि असी तेरा वचन पढ़ सकीए। प्रभु समा आ रहा जदों सच्चाई का संदेश साडे हत्थां विचों खो लिया जाएगा और प्रभु उस दिन तेरे बच्चों ने अपनी जिंदगी दे लिए वचन विचों बहुत कुछ इकट्ठा कर लिया होगा और खुदावंदा अज वचन दे विचों सानू बहुत सारे हीरे जवाहरातां नालों महंगा वचन सानू इकट्ठा करने लई कृपा दे दे प्रभु। क्योंकि तेरे वचन जबूर 119 की 72 आयत विच लिखिया तेरी भविष्यता मेरे लिए सोने अते चांदी दे हजारां सिक्कियां नालों चंगी है। खुदावंदा अज तेरे लोग तेरे वचन नूं सोने अते चांदी दे हजारां सिक्कियां नालों बहु मुल्ला जान लैन और अपनियां जानां नूं बचा लैन। प्रभु यीशु मसीह दया कर दे साडी दुआ है उन्हां सारियां दे वास्ते। प्रभु तू किरपा कर तेरा धन्नवाद होवे सुन वालियां ते तेरी बड़ी वड्डी किरपा होवे जिन्हां ने इस लाइव नूं सुनना है इस वचन नूं सुनना है। प्रभु ढेर सारी बरकत उन्हां नूं दे और उन्हां नूं पवित्रताई आग्याकारी वफादारी दा जीवन बख्श दे। तेरा शुक्र हुई दुआ यीशु मसीह दे नाम विच मंगदा।